ਭਾਰਤ ਤੋਂ ਜਿੰਨੀਆਂ ਵੀ ਉਡਾਨਾਂ ਸਿੱਧੀਆਂ ਕੈਨੇਡਾ ਜਾਣ ਵਾਲੀਆਂ ਨੇ ਉਹ ਸਾਰੀਆਂ 21 ਜੁਲਾਈ ਦੇ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਨੇ। ਕੈਨੇਡਾ ਦੀ ਸਰਕਾਰ ਹੈ ਜਿਹੜੀ ਉਸ ਦੇ ਵੱਲੋਂ ਭਾਰਤ ਤੋਂ ਜਿਹੜੀ ਵੀ ਤੁਹਾਡੀ ਕੋਵਿਡ ਰਿਪੋਰਟ ਨੈਗੇਟਿਵ ਰਿਪੋਰਟ ਹੋਏਗੀ ਉਸ ਰਿਪੋਰਟ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਛੋਟ ਦਿੱਤੀ ਗਈ ਹੈ ਕਿ ਤੀਜੇ ਮੁਲਕ ਦੇ ਰਾਹੀਂ ਤੁਸੀਂ ਐਂਟਰ ਕਰ ਸਕਦੇ ਹੋ, ਤੁਹਾਨੂੰ ਇਹਦੀ ਇਜਾਜ਼ਤ ਹੈ। ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਕੈਨੇਡਾ ਦੀ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਕਿ ਭਾਰਤ ਤੋਂ ਜਿੰਨੀਆਂ ਵੀ ਉਡਾਨਾਂ ਸਿੱਧੀਆਂ ਕੈਨੇਡਾ ਜਾਣ ਵਾਲੀਆਂ ਨੇ ਉਹ ਸਾਰੀਆਂ 21 ਜੁਲਾਈ ਦੇ ਤੱਕ ਮੁਲਤਵੀ ਕਰ ਦਿੱਤੀਆਂ ਗਈਆਂ ਨੇ। ਪਰ ਨਾਲ ਹੀ ਇਹ ਛੋਟ ਦਿੱਤੀ ਗਈ ਹੈ ਕਿ ਜਿਹੜੇ ਯਾਤਰੀ ਭਾਰਤ ਤੋਂ ਕੈਨੇਡਾ ਆਉਣਾ ਚਾਹੁੰਦੇ ਨੇ ਇਸ 21 ਜੁਲਾਈ ਦੇ ਸਮੇਂ ਦੇ ਤੱਕ ਉਹ ਸਿੱਧੇ ਰੂਪ ਦੇ ਵਿੱਚ ਆ ਸਕਦੇ ਨੇ, ਕਿਸੇ ਤੀਜੇ ਦੇਸ਼ ਦੇ ਰਾਹੀਂ ਕੈਨੇਡਾ ਦੇ ਵਿੱਚ ਦਾਖਲ ਹੋ ਸਕਦੇ ਨੇ। ਪਰ ਸ਼ਰਤ ਇਹ ਰੱਖੀ ਗਈ ਹੈ ਕਿ ਜਿਹੜੇ ਵੀ ਯਾਤਰੀ ਕੈਨੇਡਾ ਦੇ ਵਿੱਚ ਤੀਜੇ ਦੇਸ਼ ਦੇ ਰਾਹੀਂ ਆਉਣਗੇ ਉਹਨਾਂ ਦੇ ਕੋਲ ਕੋਵਿਡ ਦੀ ਰਿਪੋਰਟ ਹੈ ਜਿਹੜੀ ਨੈਗੇਟਿਵ ਰਿਪੋਰਟ ਉਹ ਹੋਣਾ ਜ਼ਰੂਰੀ ਹੈ। ਪਰ ਜਿਹੜੀ ਰਿਪੋਰਟ ਭਾਰਤ ਤੋਂ ਤੁਹਾਨੂੰ ਦਿੱਤੀ ਜਾਏਗੀ ਉਹ ਰਿਪੋਰਟ ਕੈਨੇਡਾ ਦੀ ਸਰਕਾਰ ਦੇ ਵੱਲੋਂ ਨਹੀਂ ਮੰਨੀ ਜਾਏਗੀ। ਕਿਸੇ ਤੀਜੇ ਦੇਸ਼ ਤੋਂ ਉਸ ਰਿਪੋਰਟ ਦਾ ਕਰਵਾਉਣਾ ਜ਼ਰੂਰੀ ਹੈ। ਕੋਈ ਵੀ ਤੀਜਾ ਦੇਸ਼ ਜਿੱਥੋਂ ਦੀ ਤੁਹਾਡੀ ਐਂਟਰੀ ਹੋਏਗੀ ਕੈਨੇਡਾ ਦੇ ਵਿੱਚ ਉਸ ਦੇਸ਼ ਦੀ ਜਿਹੜੀ ਕੋਵਿਡ ਦੀ ਰਿਪੋਰਟ ਹੈ ਨੈਗੇਟਿਵ ਰਿਪੋਰਟ ਉਹ ਯਾਤਰੀਆਂ ਦੇ ਕੋਲ ਹੋਣੀ ਜ਼ਰੂਰੀ ਹੈ। ਇਹ ਕੈਨੇਡਾ ਦੇ ਵੱਲੋਂ ਆਪਣੀ ਗਲੋਬਲ ਐਡਵਾਈਜ਼ਰੀ ਆ ਜਿਹੜੀ ਕੋਵਿਡ ਮਹਾਮਾਰੀ ਨੂੰ ਲੈ ਕੇ ਉਸ ਨੂੰ ਅਪਡੇਟ ਕੀਤਾ ਗਿਆ ਤੇ ਅਪਡੇਟ ਕਰਨ ਦੀ ਲੋੜ ਇਸ ਲਈ ਪਈ ਹੈ ਕਿਉਂਕਿ ਭਾਰਤ ਦੇ ਬਹੁਤ ਸਾਰੇ ਯਾਤਰੀ ਜਿਹੜੇ ਕੈਨੇਡਾ ਦੇ ਯਾਤਰੀ ਨੇ ਕੈਨੇਡਾ ਜਾਣਾ ਹੈ ਬਹੁਤ ਸਮੇਂ ਤੋਂ ਇਹ ਕਹਿ ਰਹੇ ਸੀ ਕਿ ਉਹਨਾਂ ਨੇ ਆਪਣੀ ਪੜ੍ਹਾਈ ਲਿਖਾਈ ਦੇ ਸੰਬੰਧੀ ਤੇ ਹੋਰ ਕੰਮਕਾਜ ਦੇ ਸੰਬੰਧੀ ਕੈਨੇਡਾ ਜਾਣਾ ਉਹਨਾਂ ਦੇ ਜ਼ਰੂਰੀ ਹੈ। ਜਿਸ ਤੋਂ ਬਾਅਦ ਕੈਨੇਡਾ ਦੀ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਭਾਰਤ ਦੇ ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਇਹ ਫੈਸਲਾ ਕੀਤਾ ਗਿਆ ਕਿ ਉਹ ਤੀਜੇ ਦੇਸ਼ ਦੇ ਰਾਹੀਂ ਕੈਨੇਡਾ ਦੇ ਵਿੱਚ ਐਂਟਰ ਕਰ ਸਕਦੇ ਨੇ। ਪਰ 21 ਜੁਲਾਈ ਦੇ ਤੱਕ ਸਿੱਧੀ ਐਂਟਰੀ ਹੈ ਜਿਹੜੀ ਭਾਰਤ ਤੋਂ ਕੈਨੇਡਾ ਜਿਹੜੀਆਂ ਸਿੱਧੀਆਂ ਉਡਾਨਾਂ ਨੇ ਉਹ ਬੰਦ ਕੀਤੀਆਂ ਗਈਆਂ ਨੇ, ਮੁਲਤਵੀ ਕੀਤੀਆਂ ਗਈਆਂ ਨੇ ਕੋਵਿਡ ਮਹਾਮਾਰੀ ਦੇ ਕਾਰਨ। ਪਰ ਤੀਜੇ ਦੇਸ਼ ਤੋਂ ਤੁਹਾਡੀ ਜਿਹੜੀ ਕੋਵਿਡ ਦੀ ਰਿਪੋਰਟ ਹੈ ਨੈਗੇਟਿਵ ਰਿਪੋਰਟ ਉਹ ਹੋਣੀ ਬਹੁਤ ਜ਼ਰੂਰੀ ਹੈ। ਦੂਜੇ ਪਾਸੇ ਇਹ ਵੀ ਕਿਹਾ ਗਿਆ ਕਿ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਜਿਹੜੇ ਉਹਨਾਂ ਹਵਾਈ ਅੱਡਿਆਂ ਦੇ ਵਿੱਚ ਜਿਹੜੇ ਯਾਤਰੀ ਜਾਣਗੇ ਉਹਨਾਂ ਦੇ ਲਈ ਕੋਵਿਡ ਦੀ ਰਿਪੋਰਟ ਉੱਥੇ ਨਹੀਂ ਹੋਏਗੀ, ਕੋਵਿਡ ਟੈਸਟਿੰਗ ਆ ਜਿਹੜੀ ਨਹੀਂ ਹੋਏਗੀ, ਬਲਕਿ ਇਹ ਰਿਪੋਰਟ ਉਹਨਾਂ ਨੂੰ ਪਹਿਲਾਂ ਤੋਂ ਹੀ ਤੀਜੇ ਦੇਸ਼ ਤੋਂ ਲੈ ਕੇ ਆਉਣੀ ਪਏਗੀ ਜਿਸ ਦੇਸ਼ ਦੇ ਵਿੱਚ ਦੀ ਉਹਨਾਂ ਦੀ ਐਂਟਰੀ ਹੋਏਗੀ ਕੈਨੇਡਾ ਦੇ ਵਿੱਚ। ਦੂਜੇ ਪਾਸੇ ਬਹੁਤ ਸਾਰੇ ਦੇਸ਼ ਐਸੇ ਵੀ ਨੇ ਜਿਨ੍ਹਾਂ ਨੇ ਭਾਰਤ ਤੋਂ ਜਿੰਨੇ ਵੀ ਯਾਤਰੀ ਉਹਨਾਂ ਦੇਸ਼ਾਂ ਦੇ ਵਿੱਚ ਐਂਟਰ ਕਰਨ ਵਾਲੇ ਸਨ ਉਹਨਾਂ ਸਾਰਿਆਂ ਤੇ ਪਾਬੰਦੀ ਲਗਾ ਦਿੱਤੀ ਹੈ ਕਿਉਂਕਿ ਕਿਹਾ ਗਿਆ ਕਿ ਕੋਵਿਡ ਮਹਾਮਾਰੀ ਹੈ ਬੜੀ ਮੁਸ਼ਕਿਲ ਦੇ ਨਾਲ ਵੱਖ-ਵੱਖ ਮੁਲਕ ਇਸ ਤੇ ਕੰਟਰੋਲ ਕਰ ਰਹੇ ਨੇ ਤੇ ਬਾਕੀ ਦੇਸ਼ ਨੇ ਜਿਹੜੇ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ। ਹਾਲਾਂਕਿ ਭਾਰਤ ਦੇ ਵਿੱਚ ਵੈਕਸੀਨੇਸ਼ਨ ਹੈ ਜਿਹੜੀ ਉਹ ਵੀ ਲਾਜ਼ਮੀ ਕੀਤੀ ਗਈ ਹੈ। ਜਿਨ੍ਹਾਂ ਨੇ ਬਾਹਰ ਜਾਣਾ ਹੈ ਉਹਨਾਂ ਦੇ ਲਈ ਵੀ ਵੈਕਸੀਨੇਸ਼ਨ ਜ਼ਰੂਰੀ ਕੀਤੀ ਗਈ ਹੈ। ਦੋਨੋਂ ਡੋਜ਼ ਆ ਜਿਹੜੀ ਵੈਕਸੀਨੇਸ਼ਨ ਹੋਣੀ ਜ਼ਰੂਰੀ ਹੈ। ਪਰ ਇਸ ਦੇ ਬਾਵਜੂਦ ਵੀ ਕੈਨੇਡਾ ਦੀ ਸਰਕਾਰ ਹੈ ਜਿਹੜੀ ਉਸ ਦੇ ਵੱਲੋਂ ਭਾਰਤ ਤੋਂ ਜਿਹੜੀ ਵੀ ਤੁਹਾਡੀ ਕੋਵਿਡ ਰਿਪੋਰਟ ਨੈਗੇਟਿਵ ਰਿਪੋਰਟ ਹੋਏਗੀ ਉਸ ਰਿਪੋਰਟ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਉਹ ਰਿਪੋਰਟ ਨਹੀਂ ਮੰਨੀ ਜਾਏਗੀ ਬਲਕਿ ਕਿਸੇ ਥਰਡ ਕੰਟਰੀ ਦੀ ਰਿਪੋਰਟ ਆ ਜਿਹੜੀ ਜਦੋਂ ਤੁਸੀਂ ਉਸ ਕੰਟਰੀ ਦੇ ਵਿੱਚ ਦੀ ਕੈਨੇਡਾ ਦੇ ਵਿੱਚ ਦਾਖਲ ਹੋਵੋਗੇ ਤਾਂ ਉਹੀ ਰਿਪੋਰਟ ਆ ਜਿਹੜੀ ਉਹ ਪ੍ਰਵਾਨਿਤ ਹੋਏਗੀ। 21 ਜੁਲਾਈ ਤੱਕ ਕੈਨੇਡਾ ਦੀ ਸਰਕਾਰ ਦੇ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ। ਸਿੱਧੀਆਂ ਉਡਾਨਾਂ ਜਿਹੜੀਆਂ ਭਾਰਤ ਤੋਂ ਕੈਨੇਡਾ ਜਾਣ ਵਾਲੀਆਂ ਸਨ ਉਹ ਸਾਰੀਆਂ ਮੁਲਤਵੀ ਕਰ ਦਿੱਤੀਆਂ ਗਈਆਂ ਨੇ। ਪਰ ਨਾਲ ਹੀ ਛੋਟ ਦਿੱਤੀ ਗਈ ਹੈ ਕਿ ਤੀਜੇ ਮੁਲਕ ਦੇ ਰਾਹੀਂ ਤੁਸੀਂ ਐਂਟਰ ਕਰ ਸਕਦੇ ਹੋ, ਤੁਹਾਨੂੰ ਇਹਦੀ ਇਜਾਜ਼ਤ ਹੈ ਕਿਉਂਕਿ ਭਾਰਤ ਦੇ ਵੱਖ-ਵੱਖ ਵਿਦਿਆਰਥੀ ਜਿਹੜੇ ਉੱਥੇ ਪੜ੍ਹਦੇ ਨੇ ਜਾਂ ਹੋਰ ਕਾਰੋਬਾਰੀ ਜਿਹੜੇ ਕੈਨੇਡਾ ਦੇ ਵਿੱਚ ਜਿਨ੍ਹਾਂ ਦਾ ਆਉਣ ਜਾਣ ਲੱਗਿਆ ਰਹਿੰਦਾ ਜਾਂ ਉੱਥੇ ਰਹਿੰਦੇ ਨੇ ਮਿਲਣ ਦੇ ਲਈ ਇੱਧਰ ਆਏ ਸਨ ਉਹ ਸਾਰੇ ਲਗਾਤਾਰ ਮੰਗ ਕਰ ਰਹੇ ਸਨ ਕਿ ਉਹਨਾਂ ਦੇ ਕੰਮਕਾਜ ਪ੍ਰਭਾਵਿਤ ਹੋਏ ਨੇ, ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਥੋੜੀ ਛੋਟ ਦਿੱਤੀ ਜਾਏ ਤਾਂ ਕਿ ਉਹ ਵਾਪਸ ਜਾ ਸਕਣ, ਆਪਣੀ ਪੜ੍ਹਾਈ ਲਿਖਾਈ ਜਾਰੀ ਰੱਖ ਸਕਣ। ਜਿਨ੍ਹਾਂ ਦੀ ਰਿਕੁਐਸਟ ਨੂੰ ਦੇਖਦੇ ਹੋਏ ਕੈਨੇਡਾ ਦੀ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ। ਆਪਣੀ ਜਿਹੜੀ ਐਡਵਾਈਜ਼ਰੀ ਹੈ ਕੋਵਿਡ ਐਡਵਾਈਜ਼ਰੀ ਉਸ ਨੂੰ ਅਪਡੇਟ ਕੀਤਾ ਗਿਆ ਤੇ ਉਸ ਅਪਡੇਟ ਦੇ ਵਿੱਚ ਨਵੀਂ ਜਾਣਕਾਰੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ 21 ਜੁਲਾਈ ਦੇ ਤੱਕ ਉਡਾਨਾਂ ਮੁਲਤਵੀ ਕੀਤੀਆਂ ਨੇ ਪਰ ਤੀਜੇ ਦੇਸ਼ ਦੇ ਰਾਹੀਂ ਐਂਟਰੀ ਹੋ ਸਕਦੀ ਹੈ। ਪਰ ਵੱਡੀ ਗੱਲ ਇਹ ਹੈ ਕਿ ਭਾਰਤ ਦੀ ਜਿਹੜੀ ਤੁਹਾਡੀ ਕੋਵਿਡ ਰਿਪੋਰਟ ਨੈਗੇਟਿਵ ਰਿਪੋਰਟ ਹੋਏਗੀ ਉਹ ਰਿਪੋਰਟ ਪ੍ਰਵਾਨਿਤ ਨਹੀਂ ਹੋਏਗੀ ਬਲਕਿ ਤੀਜੇ ਮੁਲਕ ਤੋਂ ਤੁਹਾਨੂੰ ਉਹ ਰਿਪੋਰਟ ਹੈ ਜਿਹੜੀ ਲੈਣੀ ਪਏਗੀ।